ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ ਸਾਰਿਆਂ ਦਾ ਹੈਡਲਾਈਨ ਕੈਨੇਡਾ ਦੇ ਵਿੱਚ। ਕੈਨੇਡਾ ਤੋਂ ਕੋਵਿਡ-19 ਅਪਡੇਟਸ ਦੇ ਨਾਲ ਅਸੀਂ ਇੱਕ ਵਾਰੀ ਫਿਰ ਤੋਂ ਹਾਜ਼ਰ ਹਾਂ। ਕੈਨੇਡਾ ਵਿੱਚ ਕੋਵਿਡ-19 ਕੇਸਿਸ ਦਾ ਅੰਕੜਾ 42,000 ਤੋਂ ਉੱਪਰ ਹੋ ਚੁੱਕਾ ਹੈ। ਇਸ ਦੇ ਨਾਲ ਹੀ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਅੱਜ ਰੈਂਟ ਰਿਲੀਫ ਲਈ ਅਨਾਉਂਸਮੈਂਟ ਕੀਤੀ ਹੈ। ਐਸੇ ਤੇ ਰਹੇਗੀ ਅਦਾਲਤ ਸਾਡੀ ਅੱਜ ਦੀ ਹੈ ਖਾਸ ਪੇਸ਼ਕਸ਼। ਕੈਨੇਡਾ ਵਿੱਚ ਕੋਵਿਡ-19 ਕੇਸਿਸ ਦਾ ਅੰਕੜਾ 42,000 ਤੋਂ ਉੱਪਰ ਹੋ ਚੁੱਕਾ ਹੈ। ਇਸ ਦੇ ਨਾਲ ਹੀ ਓਨਟਾਰੀਓ ਦੇ ਕੇਸਿਸ 13,519 ਹੋ ਗਏ ਨੇ, ਐਲਬਰਟਾ ਦੇ 3,720, ਬ੍ਰਿਟਿਸ਼ ਕੋਲੰਬੀਆ ਦੇ 1,824, ਕਿਊਬੈਕ ਦੇ 21,838 ਅਤੇ ਮੈਨੀਟੋਬਾ ਵਿੱਚ 263 ਕੇਸਿਸ ਹੋ ਗਏ ਨੇ। ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਅੱਜ ਇੱਕ ਵਾਰੀ ਫਿਰ ਤੋਂ ਨੇਸ਼ਨ ਨੂੰ ਐਡਰੈਸ ਕਰਦਿਆਂ ਖਾਸ ਤੌਰ ਤੇ ਰੈਂਟ ਸਬਸਿਡੀ ਦਾ ਐਲਾਨ ਕੀਤਾ ਹੈ। ਜਿਹੜੇ ਸਮਾਲ ਬਿਜ਼ਨਸ $50,000 ਤੋਂ ਘੱਟ ਰੈਂਟ ਪੇ ਕਰਦੇ ਨੇ ਉਹ ਇਸ ਦੇ ਲਈ ਕੁਆਲੀਫਾਈ ਕਰਨਗੇ। ਸਰਕਾਰ ਵੱਲੋਂ 75% ਰੈਂਟ ਸਬਸਿਡੀ ਦਿੱਤੀ ਜਾਏਗੀ ਤੇ ਇਹ 3 ਮਹੀਨਿਆਂ ਲਈ ਦਿੱਤੀ ਜਾਏਗੀ। Today, I can announce that we've reached agreements with all provinces and territories to lower rent by 75%. For small businesses that have been strongly affected by COVID-19 for April, May and June. The government will cover 50% of that reduction, with the property owner covering the rest. If you are a small business that has been strongly affected by COVID-19 and you're paying less than $50,000 per month on rent, you'll be eligible to receive this support. It will also be there for nonprofits and charitable organizations that are struggling right now. We'll also have more to say in the coming days about rent support for larger businesses. ਇਸ ਦੇ ਨਾਲ ਹੀ ਪ੍ਰਾਈਮ ਮਿਨਿਸਟਰ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਉਹਨਾਂ ਦੀ ਵੱਖ-ਵੱਖ ਸੂਬਿਆਂ ਦੇ ਪ੍ਰੀਮੀਅਰਸ ਨਾਲ ਇਕੋਨਮੀ ਨੂੰ ਖੋਲ੍ਹਣ ਸੰਬੰਧੀ ਅੱਜ ਮੀਟਿੰਗ ਹੋਣ ਜਾ ਰਹੀ ਹੈ। Later today, I'll be meeting with the First Ministers to continue our work on supporting Canadians during this time. We're also going to talk about reopening parts of the economy. Canada is a vast country, and some regions have been hit harder than others during this pandemic. We're a federation, so we have to adapt our response to the realities and challenges of each province and territory. But I want to be clear that getting back to normal will not happen overnight. It's going to take time. It won't be as simple or as easy as flipping a switch. It'll require a lot of coordination at the national level, and our government will be there to do that work. We will be working with the provinces and territories to establish principles and guidelines to start reopening the economy safely. ਰੈਂਟ ਰਿਲੀਫ ਸੰਬੰਧੀ ਕੀਤੇ ਗਏ ਅਹਿਮ ਐਲਾਨ ਬਾਰੇ ਹੋਰ ਜਾਣਕਾਰੀ ਲੈਣ ਲਈ ਗੱਲਬਾਤ ਕਰਦੇ ਹਾਂ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਦੇ ਨਾਲ। ਸਤਿ ਸ਼੍ਰੀ ਅਕਾਲ ਸੋਨੀਆ ਜੀ, ਥੈਂਕ ਯੂ ਸੋ ਮਚ ਫॉर ਜੁਆਇਨਿੰਗ ਦ ਕਾਲ। ਸਤਿ ਸ਼੍ਰੀ ਅਕਾਲ ਰੁਪਿੰਦਰ ਜੀ, ਪੀਟੀਸੀ ਦੇ ਸਾਰੇ ਹੀ ਵਿਊਅਰਸ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੀ ਸੋਨੀਆ ਜੀ, ਤੁਹਾਡੇ ਤੋਂ ਜਾਣਨਾ ਚਾਹਾਂਗੇ, ਪ੍ਰਾਈਮ ਮਿਨਿਸਟਰ ਨੇ ਅੱਜ ਜਦੋਂ ਨੇਸ਼ਨ ਨੂੰ ਐਡਰੈਸ ਕੀਤਾ ਤਾਂ ਉਹਨਾਂ ਨੇ ਖਾਸ ਤੌਰ ਤੇ ਰਿਲੀਫ ਦਿੱਤਾ ਹੈ ਰੈਂਟ ਦੇ ਲਈ। ਸਮਾਲ ਸਕੇਲ ਜਿਹੜੇ ਬਿਜ਼ਨਸ ਨੇ ਜਿਨ੍ਹਾਂ ਨੇ 50,000 ਤੋਂ ਜੋ ਘੱਟ ਰੈਂਟ ਦਿੰਦੇ ਨੇ ਉਹਨਾਂ ਨੂੰ ਇੱਕ ਬੈਨੀਫਿਟ ਦਿੱਤਾ ਜਾ ਰਿਹਾ ਹੈ, 75% ਸਬਸਿਡੀ ਦਿੱਤੀ ਜਾ ਰਹੀ ਹੈ ਰੈਂਟ ਦੇ ਵਿੱਚ। ਇਸ ਬਾਰੇ ਹੋਰ ਜਾਣਨਾ ਚਾਹਾਂਗੇ, ਇਹ ਕਿਹੜੇ ਇਹਦੇ ਵਿੱਚ ਕੁਆਲੀਫਾਈ ਕਰਨਗੇ ਬਿਜ਼ਨਸ? ਬਿਲਕੁਲ ਜੀ, ਜਿਵੇਂ ਤੁਸੀਂ ਦੇਖਿਆ ਕਿ ਸਾਡੀ ਬਿਜ਼ਨਸ ਕਮਿਊਨਿਟੀ ਬਹੁਤ ਹਰਟ ਹੋਈ ਕੋਵਿਡ-19 ਕਰਕੇ, ਕਿਉਂਕਿ ਬਿਜ਼ਨਸ ਬਿਲਕੁਲ ਕਲੋਜ਼ ਹੋ ਗਏ। ਈਵਨ ਦੋ ਵੇਜਸ ਸਬਸਿਡੀ ਦੇ ਨਾਲ ਵੀ ਜਿਹੜੇ ਰੈਂਟ ਦੇਣਾ ਬਹੁਤ ਮੁਸ਼ਕਿਲ ਹੋ ਰਿਹਾ ਸੀ। ਕਾਫੀ ਜਿਹੜੀ ਫੀਡਬੈਕ ਆ ਰਹੀ ਸੀ ਕਿ ਇਸ ਕਰਕੇ ਕਿ ਸਾਡੀ ਜਿਹੜੀ ਬਿਜ਼ਨਸ ਕਮਿਊਨਿਟੀ ਨੂੰ ਹੋਰ ਰਾਹਤ ਦਿੱਤੀ ਜਾਵੇ, ਉਹਦੇ ਕਰਕੇ ਜਿਹੜੇ ਪਹਿਲਾਂ ਵੀ ਅਨਾਉਂਸਮੈਂਟ ਹੋਈ ਸੀ ਐਮਰਜੈਂਸੀ ਕਮਰਸ਼ੀਅਲ ਰੈਂਟ ਅਸਿਸਟੈਂਸ ਪ੍ਰੋਗਰਾਮ, ਉਹਦੀਆਂ ਜਿਹੜੀਆਂ ਡਿਟੇਲਸ ਅੱਜ ਆਈਆਂ ਹੈਗੀਆਂ ਉਹਦੇ ਵਿੱਚ ਇਹ ਹੈਗਾ ਜੀ ਕਿ 75% ਜਿਹੜਾ ਹੈਗਾ ਉਹ ਜਿਹੜਾ ਦਿੱਤਾ ਜਾਊਗਾ। 25% ਜਿਹੜਾ ਉਹ ਆਪਣੇ ਕੋਲੋਂ, ਫਿਰ ਵੀ 25% ਬਹੁਤ ਘੱਟ ਹੈਗਾ, ਤਾਂ ਕਿ ਇਹਦੇ ਨਾਲ ਕਾਫੀ ਫਾਇਦਾ ਹੋ ਸਕੇ। ਉਹਦੇ 'ਚ ਐਲੀਜੀਬਿਲਿਟੀ ਕ੍ਰਾਈਟੇਰੀਆ ਇਹ ਹੈਗਾ ਰੁਪਿੰਦਰ ਜੀ ਕਿ 50,000 ਜਿਹੜਾ ਡਾਲਰ ਤੱਕ ਰੈਂਟ ਜਿਹੜਾ ਹੈਗਾ ਉਹ ਹੋਵੇ ਤੇ ਬਾਕੀ 70% ਜਿਹੜਾ ਰੈਵਨਿਊ ਆ ਉਹ ਲੂਜ਼ ਕੀਤਾ ਹੋਵੇ। ਸੋ ਦਿਸ ਇਜ਼ ਐਲੀਜੀਬਿਲਿਟੀ ਕ੍ਰਾਈਟੇਰੀਆ ਤੇ ਇਹਦੇ ਨਾਲ ਕਾਫੀ ਫਾਇਦਾ ਹੋਊਗਾ, ਕਿਉਂਕਿ ਕਾਫੀ ਦੇਰ ਤੋਂ ਬਿਜ਼ਨਸ ਬੰਦ ਪਏ ਹੈਗੇ ਆ ਤੇ ਸਾਡੇ ਜਿਹੜੇ ਬਿਜ਼ਨਸ ਕਮਿਊਨਿਟੀ ਕਾਫੀ ਵਰੀਡ ਸੀਗੀ ਕਿ ਕਿਵੇਂ ਰੈਂਟ ਪੇ ਕੀਤਾ ਜਾਵੇ। ਸੋ ਇਹ ਬਹੁਤ ਵੱਡੀ ਰਾਹਤ ਮਿਲੂਗੀ ਤੇ 75% ਜਿਹੜਾ ਉਹਨਾਂ ਦਾ ਜਿਹੜਾ ਰੈਂਟ ਉਹ ਪੇ ਕੀਤਾ ਜਾਊਗਾ ਤੇ ਇਹਦੇ ਨਾਲ ਬਹੁਤ ਫਾਇਦਾ ਹੋਊਗਾ ਬਿਜ਼ਨਸ ਕਮਿਊਨਿਟੀ ਨੂੰ। ਐਟਲੀਸਟ ਜਿਹੜੇ ਬਿਜ਼ਨਸ ਬੰਦ ਪਏ ਹੈਗੇ ਆ, ਤਾਂ ਕਿ ਕਾਫੀ ਸਾਨੂੰ ਵੀ ਸੁਣਨ ਚ ਆ ਰਿਹਾ ਸੀਗਾ ਸਾਡੀ ਬਿਜ਼ਨਸ ਕਮਿਊਨਿਟੀ ਬਹੁਤ ਹੀ ਹਰਟ ਨਾ ਹੋਵੇ, ਉਹਦੇ ਵਾਸਤੇ ਜਿਹੜੇ ਇਹ ਕਦਮ ਚੁੱਕੇ ਗਏ ਆ ਜੀ।
ਜੀ ਸੋਨੀਆ ਜੀ, ਅਸੀਂ ਦੇਖਿਆ ਕਿ ਹਰੇ ਟੈਂਪਰੇਰੀਲੀ ਜਿਹੜੇ ਹੈਗੇ ਨੇ ਬਿਜ਼ਨਸ ਸ਼ਟਡਾਊਨ ਹੈਗੇ ਨੇ, ਪਰ ਕਈ ਬਿਜ਼ਨਸ ਓਨਰਸ ਨੇ ਇਹ ਵੀ ਕਿਹਾ ਕਿ ਹੁਣ ਸ਼ਾਇਦ ਉਹ ਦੁਬਾਰਾ ਨਹੀਂ ਓਪਨ ਕਰ ਸਕਣਗੇ। ਉਹ ਇਸ ਸਿਚੁਏਸ਼ਨ 'ਚ ਨਹੀਂ ਹੈਗੇ ਕਿ ਉਹ ਇਸ ਪੈਂਡੈਮਿਕ ਦੇ ਚਲਦੇ ਬਿਜ਼ਨਸ ਕਦੇ ਵੀ ਦੁਬਾਰਾ ਓਪਨ ਕਰ ਸਕਦੇ ਨੇ। ਬਟ ਅੱਜ ਜਿਹੜੀ ਅਨਾਉਂਸਮੈਂਟ ਆਈ ਹੈ ਕਿ ਉਸ ਨਾਲ ਉਮੀਦ ਕੀਤੀ ਜਾ ਸਕਦੀ ਹੈ ਕਿ ਉਹਨਾਂ ਨੂੰ ਆਪਣਾ ਬਿਜ਼ਨਸ ਪਰਮਾਨੈਂਟ ਸ਼ਟਡਾਊਨ ਨਹੀਂ ਕਰਨਾ ਪਏਗਾ। ਇਹਦੇ ਵਿੱਚ ਰੁਪਿੰਦਰ ਜੀ ਦੋ ਤਰ੍ਹਾਂ ਦੀਆਂ ਗੱਲਾਂ ਹੈਗੀਆਂ। ਜੇ ਤੁਸੀਂ ਪਹਿਲਾਂ ਦੇਖੋ ਵੇਜ ਸਬਸਿਡੀ ਤੇ ਲੋਨ ਦਾ ਵੀ $40,000 ਜਿਹੜਾ ਉਹਦਾ ਵੀ ਕੀਤਾ ਗਿਆ। ਫਿਰ ਆ ਜਿਹੜੀ ਤੀਜੀ ਜਿਹੜੀ ਰੈਂਟ ਵਾਸਤੇ ਕਾਫੀ ਦੇਰ ਤੋਂ ਮੰਗ ਸੀਗੀ, ਜਿਹੜੀ ਕਿ ਅੱਜ ਅਨਾਉਂਸਮੈਂਟ ਹੋਈ ਹੈ। ਉਸ ਤੋਂ ਇਲਾਵਾ ਜਿਹੜਾ ਹੈਗਾ ਕਿ ਪ੍ਰਾਈਮ ਮਿਨਿਸਟਰ ਨੇ ਅੱਜ ਵੀ ਦੱਸਿਆ ਹੈਗਾ ਕਿ ਪ੍ਰੋਵਿੰਸ ਟੂ ਪ੍ਰੋਵਿੰਸ਼ੀਅਲ ਕਾਊਂਟਰ ਪਾਰਟਸ ਨਾਲ ਗੱਲ ਕਰਕੇ ਗਾਈਡਲਾਈਨਸ ਦੇ ਥਰੂ ਬਿਜ਼ਨਸ ਓਪਨ ਕੀਤੇ ਜਾਣਗੇ ਬਹੁਤ ਧਿਆਨ ਨਾਲ, ਕਿਉਂਕਿ ਆਪਾਂ ਇਸੇ ਕਰਕੇ ਕੰਟਰੋਲ ਕਰ ਪਾਏ ਆ ਕਿ ਇਹ ਸਾਰਾ ਅੰਦਰ ਬੈਠ ਕੇ ਆਪਾਂ ਸੋਸ਼ਲ ਡਿਸਟੈਂਸ ਕਾਇਮ ਕੀਤਾ ਤੇ ਇਸ ਕਰਕੇ ਜਿਹੜਾ ਕੰਟਰੋਲ ਹੋਇਆ। ਸੋ ਪ੍ਰੋਵਿੰਸ ਬਾਈ ਪ੍ਰੋਵਿੰਸ ਖੁੱਲੇਗਾ, ਪਰ ਫੈਡਰਲੀ ਗਾਈਡਲਾਈਨਸ ਹੋਣਗੀਆਂ ਕਿ ਜੇ ਫੋਰ ਐਗਜ਼ਾਮਪਲ ਜੇ ਆਪਾਂ ਕੋਈ ਫੂਡ ਦੀ ਸ਼ਾਪ ਹੈਗੀ ਜਾਂ ਕੋਈ ਉੱਥੇ ਕਿਸ ਤਰ੍ਹਾਂ ਦੀ ਜਿਹੜੀ ਪ੍ਰੀਕਾਸ਼ਨਸ ਆਪਾਂ ਲੈ ਰਹੇ ਹਾਂ, ਕਿੰਨਾ ਡਿਸਟੈਂਸ ਹੈਗਾ, ਦੇ ਹੈਵ ਇਕਵਿਪਮੈਂਟਸ। ਸੋ ਇਸ ਤਰ੍ਹਾਂ ਨਾਲ ਹੌਲੀ ਹੌਲੀ ਜਿਹੜੇ ਆ ਸਾਰੇ ਗਾਈਡਲਾਈਨਸ ਦੇ ਤਹਿਤ ਜਿਹੜੇ ਆ ਉਹ ਬਿਜ਼ਨਸ ਖੁੱਲਣਗੇ, ਨਾ ਕਿ ਇੱਕਦਮ ਸਾਰਾ ਕੁਝ ਖੁੱਲੇਗਾ। ਜੀ ਅੱਜ ਜਿਸ ਤਰ੍ਹਾਂ ਪ੍ਰਾਈਮ ਮਿਨਿਸਟਰ ਨੇ ਕਿਹਾ ਕਿ ਉਹਨਾਂ ਦੀ ਸਾਰੇ ਵੱਖ-ਵੱਖ ਸੂਬਿਆਂ ਦੇ ਪ੍ਰੀਮੀਅਰਸ ਨਾਲ ਮੀਟਿੰਗ ਹੋਣ ਜਾ ਰਹੀ ਹੈ, ਇਕਨੋਮੀ ਕਦੋਂ ਓਪਨ ਹੋਣੀ ਹੈ, ਜਿਵੇਂ ਤੁਸੀਂ ਵੀ ਗੱਲ ਕੀਤੀ ਕਿ ਪੂਰੀ ਗਾਈਡਲਾਈਨਸ ਫੋਲੋ ਕੀਤੀਆਂ ਜਾਣਗੀਆਂ, ਤੇ ਅੱਜ ਦੀ ਮੀਟਿੰਗ ਵੀ ਜਿਹੜੀ ਹੈਗੀ ਹੈ ਪ੍ਰੀਮੀਅਰਸ ਦੇ ਨਾਲ ਉਹ ਇਸੇ ਤੇ ਸੰਬੰਧਿਤ ਹੈਗੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਇਹ ਐਡਰੈਸ ਕੀਤਾ ਜਾਏਗਾ ਕਿ ਕਿਸ ਤਰ੍ਹਾਂ ਫੇਸਿਸ ਡਿਵਾਈਡ ਕੀਤੇ ਜਾ ਰਹੇ ਨੇ, ਕਿਸ ਤਰ੍ਹਾਂ ਸੋਚਿਆ ਜਾ ਰਿਹਾ ਹੈ ਕਿ ਕਿਹੜਾ ਪ੍ਰੋਵਿੰਸ ਪਹਿਲਾਂ ਤੇ ਕਿਹੜਾ ਫੇਸ ਪਹਿਲਾਂ ਓਪਨ ਕੀਤਾ ਜਾਏ। ਬਿਲਕੁਲ ਜੀ, ਜਿਵੇਂ ਪ੍ਰੀਮੀਅਰਸ ਨੂੰ ਪਤਾ ਹੈਗਾ ਕਿ ਪ੍ਰੋਵਿੰਸ ਦੇ ਵਿੱਚ ਉਹਨਾਂ ਦੀਆਂ ਕੀ ਲੋੜਾਂ ਹੈਗੀਆਂ। ਸੋ ਇਹ ਟਾਈਮ ਤੋਂ ਟਾਈਮ ਜਿਹੜੀਆਂ ਬਿਲਕੁਲ ਤਾਲਮੇਲ ਬਣਾ ਕੇ ਰੱਖਿਆ ਹੋਇਆ ਹੈ ਪ੍ਰਾਈਮ ਮਿਨਿਸਟਰ ਨੇ, ਫੈਡਰਲ ਸਰਕਾਰਾਂ ਨੇ ਪ੍ਰੋਵਿੰਸ ਸਰਕਾਰਾਂ ਨਾਲ, ਤਾਂ ਕਿ ਉਹਨਾਂ ਦੀਆਂ ਜ਼ਰੂਰਤਾਂ ਜਿਹੜੀਆਂ ਇਸ ਟਾਈਮ ਤੇ ਉਹ ਪੂਰੀਆਂ ਕੀਤੀਆਂ ਜਾਣ, ਰਿਸੋਰਸਿਸ ਉਹਨਾਂ ਨੂੰ ਹੋਰ ਦਿੱਤੇ ਜਾਣ। ਤੇ ਇਹਦੇ ਬਾਰੇ ਇਕਨੋਮੀ ਦੇ ਵਿੱਚ ਜਿਹੜੀ ਵੀ ਖੋਲਣ ਦੀ ਗੱਲ ਹੋਵੇ ਕਿ ਕਿੱਥੇ ਉਹਨਾਂ ਨੂੰ ਹੈਲਪ ਦੀ ਲੋੜ ਹੈ ਤੇ ਕੀ ਗਾਈਡਲਾਈਨਸ ਹੈਗੀਆਂ, ਇਹ ਤਾਲਮੇਲ ਨਾਲ ਹੀ ਸਾਰਾ ਕੁਝ ਹੋ ਰਿਹਾ ਹੈਗਾ। ਇਸੇ ਕਰਕੇ ਜਿਹੜੀ ਅੱਜ ਦੀ ਮੀਟਿੰਗ ਦੇ ਵਿੱਚ ਇਹ ਗੱਲਬਾਤ ਕੀਤੀ ਜਾਊਗੀ ਕਿ ਕਿਹੜੇ ਬਿਜ਼ਨੈਸਸ, ਕਿਉਂਕਿ ਪ੍ਰੀਮੀਅਰਸ ਨੂੰ ਪਤਾ ਹੈਗਾ ਉਹ ਆਪਣੇ ਪ੍ਰੋਵਿੰਸ ਦਾ, ਸੋ ਪ੍ਰੀਮੀਅਰ ਦੱਸਣਗੇ ਤੇ ਉਹ ਗਾਈਡਲਾਈਨਸ ਜਿਹੜੀਆਂ ਫੈਡਰਲ ਵੱਲੋਂ ਕਿ ਤਾਂ ਕਿ ਆਪਾਂ ਇਸ ਕੋਵਿਡ-19 ਦੇ ਵਿੱਚ ਫਿਰ ਜਿਹੜਾ ਆਪਾਂ ਕੰਟਰੋਲ ਕੀਤਾ ਹੈਗਾ, ਮੇਨ ਮਕਸਦ ਇਹ ਹੈਗਾ ਕਿ ਜਿਹੜਾ ਕੰਟਰੋਲ ਹੋਇਆ ਹੈਗਾ ਉਹ ਆਪਾਂ ਫਿਰ ਨਾ ਉਸ ਜਗ੍ਹਾ ਤੇ ਪਹੁੰਚੇ। ਹੌਲੀ ਹੌਲੀ ਸਾਰੀਆਂ ਪ੍ਰੀਕਾਸ਼ਨਸ ਲੈ ਕੇ ਇਕਨੋਮੀ ਵੀ ਚੱਲਦੀ ਰਹੇ ਤੇ ਆਪਾਂ ਕੋਵਿਡ-19 ਦੇ ਵਿੱਚ ਵੀ ਜਿਹੜੀ ਉਹ ਕੰਟਰੋਲ ਕਰ ਸਕੀਏ। ਇਹਦਾ ਇਹ ਮਕਸਦ ਹੈਗਾ। ਇਸੇ ਕਰਕੇ ਪ੍ਰੋਵਿੰਸ਼ੀਅਲ ਸਰਕਾਰਾਂ ਨਾਲ ਪੂਰਾ ਤਾਲਮੇਲ ਰੱਖਿਆ ਹੋਇਆ, ਉਹਨਾਂ ਨੂੰ ਲੋੜੀਂਦਾ ਰਿਸੋਰਸਿਸ ਦਿੱਤੇ ਜਾਣ ਤੇ ਉਹਨਾਂ ਦੀ ਗੱਲ ਸੁਣੀ ਜਾਵੇ। ਜੀ ਬਿਲਕੁਲ, ਅੱਜ ਤੁਹਾਡੀ ਟਾਊਨ ਹਾਲ ਹੋਣ ਜਾ ਰਹੀ ਹੈ ਡਾਇਬੀਟੀਜ਼ ਨੂੰ ਮੁੱਖ ਰੱਖਦੇ ਹੋਏ, ਕੀ ਕੁਝ ਇਸ਼ੂ ਐਡਰੈਸ ਕੀਤੇ ਜਾਣਗੇ, ਕਿਸ ਤਰ੍ਹਾਂ ਦੇ ਸਵਾਲ ਹਜੇ ਤੁਹਾਨੂੰ ਮਿਲੇ ਨੇ ਉਸ ਟਾਊਨ ਹਾਲ ਲਈ? ਬਿਲਕੁਲ ਜੀ, ਜਿਵੇਂ ਕਿ ਤੁਸੀਂ ਦੇਖਿਆ ਕੋਵਿਡ-19 ਦੇ ਵਿੱਚ ਡਾਇਬੀਟੀਜ਼ ਪਾਪੂਲੇਸ਼ਨ, ਜਿਵੇਂ ਕਿ ਪੀਲ ਦੇ ਵਿੱਚ ਐਵਰੀ 7th ਬ੍ਰੈਂਪਟੋਨੀਅਨਸ ਅਫੈਕਟਡ ਵਿਦ ਡਾਇਬੀਟੀਜ਼ ਔਰ ਪ੍ਰੀ ਡਾਇਬੀਟੀਜ਼। ਸੋ ਕਾਫੀ ਜਿਹੜੇ ਸਵਾਲ ਜਿਹੜੇ ਆਏ ਸੀ ਮੈਡੀਕੇਸ਼ਨ ਦੇ ਪ੍ਰਤੀ, ਜਿਵੇਂ ਕਿ ਤੁਸੀਂ ਦੇਖਿਆ ਡਿਸਪੈਂਸਿੰਗ ਫੀ ਜਿਹੜੀ ਆ ਉਹ ਕਾਫੀ ਲੱਗ ਰਹੀ ਹੈਗੀ ਆ ਇਨਸੂਲਿਨ ਦੇ ਕਰਕੇ। ਜਿਹੜੇ ਸਾਰੇ ਸਵਾਲ ਕਰਕੇ ਡਾਇਬੀਟੀਜ਼ ਕੈਨੇਡਾ ਅੱਜ ਤੇ ਅਸੀਂ ਐਂਡੋਕ੍ਰਿਨੋਲੋਜਿਸਟ ਜਿਹੜੇ ਕਿ ਇੱਥੋਂ ਪੰਜਾਬੀ ਸਪੀਕਿੰਗ ਜਿਹੜੇ ਡਾਕਟਰ ਬਜਾਜ ਹੈਗੇ ਉਹਨਾਂ ਨੂੰ ਨਾਲ ਲਿਆ ਹੈਗਾ, ਤਾਂ ਕਿ ਜਿਹੜੇ ਸਾਡੇ ਕੁਐਸਚਨਸ ਹੈਗੇ ਆ ਉਹ ਆਨਸਰ ਹੋ ਸਕਣ, ਤਾਂ ਡਾਇਬੀਟਿਕ ਪਾਪੂਲੇਸ਼ਨ ਦੀ ਹੈਲਪ ਹੋ ਸਕੇ। ਇਸ ਕਰਕੇ ਜਿਹੜੀ ਅੱਜ ਟੈਲੀ ਟਾਊਨ ਹਾਲ ਹੈਗੀ ਆ ਉਹਦੇ ਵਿੱਚ ਓਪਨ ਕੁਐਸਚਨ ਵੀ ਲਿੱਤੇ ਜਾਣਗੇ ਤੇ ਉਹਦੇ ਤੇ ਜਿਹੜੇ ਸਾਨੂੰ ਕੁਐਸਚਨ ਆਏ ਉਹ ਵੀ ਆਨਸਰ ਕੀਤੇ ਜਾਣਗੇ। ਉਹਦੇ ਵਿੱਚ ਇੱਕ ਹੋਰ ਵੀ ਅੱਜ ਡਾਇਬੀਟੀਜ਼ ਕੈਨੇਡਾ ਦੱਸਣ ਕਿ ਜੇ ਕਿਸੇ ਨੂੰ ਕੋਈ ਪ੍ਰੋਬਲਮ ਹੋ ਰਹੀ ਹੈਗੀ ਆ ਇਨਸੂਲਿਨ ਲੈਣ ਬਾਰੇ, ਉਹਦੇ ਬਾਰੇ ਵੀ ਜਾਣਕਾਰੀ ਦਿੱਤੀ ਜਾਊਗੀ ਸਾਰੀ। ਇਸੇ ਕਰਕੇ ਜਿਹੜੀ ਟੈਲੀ ਟਾਊਨ ਹਾਲ ਆ ਐਜ਼ ਅ ਚੇਅਰ ਆਫ ਆਲ ਪਾਰਟੀ ਡਾਇਬੀਟੀਜ਼ ਕਾਕਸ, ਇਸ ਕਰਕੇ ਅੱਜ ਜਿਹੜੀ ਤੇ ਡਾਇਬੀਟੀਜ਼ ਕੈਨੇਡਾ ਦੇ ਵੀਪੀ ਆ ਰਹੇ ਹੈਗੇ ਆ ਤੇ ਇੱਥੋਂ ਡਾਕਟਰ ਬਜਾਜ ਜਿਹੜੇ ਉਹ ਸਾਰੇ ਕੁਐਸਚਨ ਆਨਸਰ ਕਰਨਗੇ। ਜੀ ਸੋਨੀਆ ਜੀ, ਥੈਂਕ ਯੂ ਸੋ ਮਚ ਫॉर ਆਲ ਦਾ ਅਪਡੇਟਸ। ਅਸੀਂ ਇੱਕ ਵਾਰ ਕੋਸ਼ਿਸ਼ ਕਰਾਂਗੇ ਕਿ ਕੱਲ ਤੋਂ ਇਸ ਟਾਊਨ ਹਾਲ ਦੇ ਅਪਡੇਟ ਸੰਬੰਧੀ ਤੁਹਾਡੇ ਨਾਲ ਸੰਪਰਕ ਕਰੀਏ। ਥੈਂਕ ਯੂ ਸੋ ਮਚ ਐਂਡ ਸਟੇ ਸੇਫ। ਬਿਲਕੁਲ ਜੀ, ਸਾਰੇ ਹੀ ਵੀਅਰਸ ਨੂੰ ਫਿਰ ਤੋਂ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਹੈਡਲਾਈਨ ਕੈਨੇਡਾ ਵਿੱਚ ਫਿਲਹਾਲ ਸਮਾਂ ਹੋ ਗਿਆ ਇੱਕ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਕੋਵਿਡ-19 ਅਪਡੇਟਸ ਇਸੇ ਤਰ੍ਹਾਂ ਜਾਰੀ ਰਹਿਣਗੀਆਂ। ਤੁਸੀਂ ਬਣੇ ਰਹੋ ਸਾਡੇ ਨਾਲ।
ਬ੍ਰੇਕ ਤੋਂ ਬਾਅਦ ਹੈਡਲਾਈਨ ਕੈਨੇਡਾ ਵਿੱਚ ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ ਹੈ। ਰੁਕ ਕਰਦੇ ਹਾਂ ਓਨਟਾਰੀਓ ਦਾ। ਓਨਟਾਰੀਓ ਵਿੱਚ 640 ਨਵੇਂ ਕੇਸਿਸ ਰਿਪੋਰਟ ਕੀਤੇ ਗਏ ਨੇ, ਜੋ ਹੁਣ ਤੱਕ ਦੇ ਇੱਕ ਦਿਨ 'ਚ ਰਿਪੋਰਟ ਹੋਣ ਵਾਲੇ ਕੇਸਿਸ ਵਿੱਚ ਸਭ ਤੋਂ ਜ਼ਿਆਦਾ ਨੇ। ਇਸ ਦੇ ਨਾਲ ਹੀ ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਇੱਕ ਵਾਰੀ ਫਿਰ ਤੋਂ ਮੀਡੀਆ ਨੂੰ ਐਡਰੈਸ ਕੀਤਾ ਅਤੇ ਕਿਹਾ ਕਿ ਹੁਣ ਜਦੋਂ ਫੈਡਰਲ ਸਰਕਾਰ ਵੱਲੋਂ ਰੈਂਟ ਰਿਲੀਫ ਦਿੱਤਾ ਜਾ ਰਿਹਾ ਹੈ, ਇਸ ਦੇ ਨਾਲ ਹੀ ਉਹ ਬਹੁਤ ਜਲਦ ਪ੍ਰਾਈਮ ਮਿਨਿਸਟਰ ਨਾਲ ਰੈਜ਼ੀਡੈਂਸ਼ੀਅਲ ਰੈਂਟ ਰਿਲੀਫ ਸੰਬੰਧੀ ਵੀ ਗੱਲਬਾਤ ਕਰਨਗੇ। We're delivering emergency commercial rent relief to our Ontario small businesses and landlords. In total, over $900 million will go towards helping these businesses make rent and keep people employed. And I know it's not just businesses paying rent, it's many residential renters as well. And with May the 1st around the corner, many tenants are feeling anxious about the rent right now. I want to be very clear. If you're working, if you have an income, if you're able to, you must pay rent. But for the countless of people out there, for those who have had their livelihoods impacted, for the workers who've lost their jobs, we will have your back. We have frozen evictions so you won't lose your home. And today, I will ask the Prime Minister to work with us on a program to support residential rent tenants. ਇਸ ਦੇ ਨਾਲ ਹੀ ਓਨਟਾਰੀਓ ਦੇ ਫਾਈਨਾਂਸ ਮਿਨਿਸਟਰ ਰੌਡ ਫਿਲਿਪਸ ਨੇ ਓਨਟਾਰੀਓ ਕੈਨੇਡਾ ਕਮਰਸ਼ੀਅਲ ਰੈਂਟ ਅਸਿਸਟੈਂਸ ਪ੍ਰੋਗਰਾਮ ਦੀ ਜਾਣਕਾਰੀ ਦਿੱਤੀ ਅਤੇ ਇਹ ਵੀ ਦੱਸਿਆ ਕਿ ਪਬਲਿਕ ਗਾਈਡਲਾਈਨਸ ਨੂੰ ਫੋਲੋ ਕਰਦਿਆਂ ਹੀ ਓਨਟਾਰੀਓ ਦੀ ਇਕੋਨਮੀ ਨੂੰ ਖੋਲ੍ਹਣ ਬਾਰੇ ਸੋਚਿਆ ਜਾਏਗਾ। Today's commitment builds on Ontario's action plan responding to COVID-19, which provided $17 billion in relief for people and employers. As the Premier mentioned, the action plan includes $10 billion in cash flow support for businesses so they can keep employees on the payroll and the lights on in their businesses. From eliminating the employer health tax for 90% of businesses in this province, to deferring payments and interest on provincial taxes, WSIB premiums, and enabling property tax relief. At the new Ontario Jobs and Recovery Committee, we have already started to plan for the next phase, Ontario's action plan reopening our province. This team will work together to get our economy moving again, with a focus on job creation, opportunities for growth, and protecting our province from future threats. I want to conclude by encouraging everyone to continue to follow the advice of our public health officials. ਅੱਜ ਬੇਸ਼ੱਕ ਪ੍ਰਾਈਮ ਮਿਨਿਸਟਰ ਵੱਲੋਂ ਰੈਂਟ ਰਿਲੀਫ ਸੰਬੰਧੀ ਅਹਿਮ ਐਲਾਨ ਕੀਤੇ ਗਏ ਨੇ ਤੇ ਰੈਂਟ ਰਿਲੀਫ ਲਈ ਸਬਸਿਡੀ ਵੀ ਦਿੱਤੀ ਜਾ ਰਹੀ ਹੈ, ਪਰ ਕਈ ਅਜਿਹੇ ਬਿਜ਼ਨਸ ਨੇ ਜੋ ਇਸ ਵੇਲੇ ਪੈਂਡੈਮਿਕ ਤੋਂ ਕਾਫੀ ਇਫੈਕਟ ਹੋਏ ਨੇ, ਜਿਸ ਤੋਂ ਫੂਡ ਇੰਡਸਟਰੀ ਵੀ ਪਿੱਛੇ ਨਹੀਂ ਰਹੀ। ਇਸੇ ਸੰਬੰਧੀ ਗੱਲਬਾਤ ਕਰਨ ਲਈ ਸਾਡੇ ਨਾਲ ਵੈਂਕੂਵਰ ਤੋਂ ਜੁੜ ਰਹੇ ਨੇ ਜਾਣੇ ਮਾਨੇ ਸ਼ੈਫ ਵਿਕਰਮ ਵਿਜ। ਸਤਿ ਸ਼੍ਰੀ ਅਕਾਲ ਵਿਕਰਮ ਜੀ, ਥੈਂਕ ਯੂ ਸੋ ਮਚ ਫॉर ਜੁਆਇਨਿੰਗ ਦ ਕਾਲ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਟਾਈਮ ਬੜਾ ਟਫ ਆਇਆ ਹੈ, ਲੇਕਿਨ ਅਸੀਂ ਜਿੱਤਾਂਗੇ ਜ਼ਰੂਰ। ਜੀ ਬਿਲਕੁਲ। ਵਿਕਰਮ ਜੀ, ਤੁਹਾਡੇ ਤੋਂ ਜਾਣਨਾ ਚਾਹਾਂਗੇ, ਜਿਵੇਂ ਅਸੀਂ ਦੇਖ ਰਹੇ ਹਾਂ ਕਿ ਕੋਵਿਡ-19 ਦਾ ਇੰਪੈਕਟ ਜਿਹੜਾ ਹੈਗਾ ਬਿਜ਼ਨਸ ਦੇ ਉੱਪਰ ਵੀ ਪਿਆ, ਤੁਹਾਡੇ ਕਾਫੀ ਰੈਸਟੋਰੈਂਟਸ ਹੈਗੇ ਨੇ, ਤੁਹਾਡੇ ਬਿਜ਼ਨਸ ਤੇ ਕਿਸ ਤਰ੍ਹਾਂ ਦਾ ਇੰਪੈਕਟ ਵੇਖਣ ਨੂੰ ਮਿਲਿਆ? ਮੈਨੂੰ ਸਭ ਤੋਂ ਵੱਡਾ ਇੰਪੈਕਟ ਇਹ ਮਿਲਿਆ, ਮੇਰਾ ਸਭ ਤੋਂ ਵੱਡਾ ਇੰਪੈਕਟ ਇਹ ਹੋਇਆ ਕਿ ਜਿਹੜੀ ਸਾਡੀ ਲੇਡੀਜ਼ ਜਿਨ੍ਹਾਂ ਦੇ ਨਾਲ ਅਸੀਂ ਕੰਮ ਸ਼ੁਰੂ ਕੀਤਾ ਸੀ ਅੱਜ ਤੋਂ 26 ਸਾਲ ਪਹਿਲੇ, ਉਹਨਾਂ ਨੂੰ ਬਿਠਾ ਕੇ ਕਹਿਣਾ ਕਿ ਵੀ ਤੁਸੀਂ ਅਨਇੰਪਲੋਇਮੈਂਟ ਲੈ ਲਓ ਜਾਂ ਤੁਸੀਂ ਮੇਰੇ ਕੋਲ ਕੰਮ ਨਹੀਂ ਹੈਗਾ, ਤੁਹਾਡੇ ਵਾਸਤੇ ਖਾਣਾ ਨਹੀਂ ਬਣਾ ਸਕਦੇ, ਅਸੀਂ ਰੈਸਟੋਰੈਂਟਸ ਬੰਦ ਹੋ ਗਏ। ਉਹ ਇਮੋਸ਼ਨਲੀ ਬੜਾ ਬੁਰਾ ਲੱਗਾ। ਫਾਈਨੈਂਸ਼ੀਅਲੀ ਤੇ ਗੱਲ ਵੱਖਰੀ ਸੀ, ਬਟ ਉਹਨਾਂ ਨੂੰ ਬਿਠਾ ਕੇ ਕਹਿਣਾ ਕਿ ਤੁਸੀਂ ਅਨਇੰਪਲੋਇਮੈਂਟ ਲੈ ਲਓ। ਜਿਹੜੇ ਇਮੀਗ੍ਰੈਂਟਸ ਸਾਡੀਆਂ ਜਿਹੜੀ ਲੇਡੀਜ਼ ਆਈਆਂ ਹੋਈਆਂ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਇੱਥੇ ਪੜ੍ਹਾਇਆ, ਆ ਕੇ ਸਾਡੇ ਨਾਲ ਇੰਨੀਆਂ ਸਾਲ ਨੌਕਰੀਆਂ ਕੀਤੀਆਂ, ਉਹਨਾਂ ਨੂੰ ਬਿਠਾ ਕੇ ਕਹਿਣਾ ਕਿ ਸਾਡੇ ਕੋਲ ਕੰਮ ਨਹੀਂ ਹੈਗਾ, ਉਹ ਇਮੋਸ਼ਨਲੀ ਮੈਨੂੰ ਬਹੁਤ ਹੀ ਬੁਰਾ ਲੱਗਾ। ਐਂਡ ਹਾਲੇ ਤੱਕ ਅਸੀਂ ਆਪਣੀ ਤਰਫੋਂ ਪੂਰੀ ਕੋਸ਼ਿਸ਼ ਕਰਨੇ ਪਏ ਹਾਂ ਕਿ ਲੋਕੀ ਸਾਡੇ ਨਾਲ ਕੰਮ ਕਰਦੇ ਰਹਿਣ, ਲੇਕਿਨ ਥੋੜਾ ਜਿਹਾ ਕੰਮ ਰਹਿ ਗਿਆ ਹੁਣ ਤੇ, ਸੋ ਬੜਾ ਹੀ ਮੁਸ਼ਕਿਲ ਲੱਗਾ। ਜੀ ਬਿਲਕੁਲ, ਇਟਸ ਅ ਡਿਫਿਕਲਟ ਟਾਈਮ, ਬਟ ਜਿਵੇਂ ਅਸੀਂ ਦੇਖ ਰਹੇ ਹਾਂ ਕਿ ਡਾਈਨ-ਇਨ ਕਲੋਜ਼ ਕਰ ਦਿੱਤੇ ਗਏ ਨੇ, ਪਰ ਹਜੇ ਵੀ ਕਈ ਰੈਸਟੋਰੈਂਟਸ ਵੱਲੋਂ ਟੇਕ ਆਊਟ ਸਰਵਿਸ ਦਿੱਤੀ ਜਾ ਰਹੀ ਹੈ, ਤਾਂ ਕਿ ਤੁਸੀਂ ਵੀ ਆਪਣੇ ਰੈਸਟੋਰੈਂਟ ਵਿੱਚ ਟੇਕ ਆਊਟ ਸਰਵਿਸ ਹਜੇ ਜਿਹੜੀ ਹੈਗੀ ਹੈ ਜਾਰੀ ਰੱਖੀ ਹੈ? ਅਸੀਂ ਟੇਕ ਆਊਟ ਸਰਵਿਸ ਕੀਤੀ ਹੈ, ਬਟ ਅਗਰ ਤੁਸੀਂ ਬਾਲਟੀ ਭਰਨੀ ਹੋਵੇ ਤੁਹਾਡੇ ਕੋਲ ਨਲਕਾ ਹੁੰਦਾ ਕਿ ਵੀ ਠੀਕ ਹੈ ਉਹਦੇ ਨਾਲ ਤੁਸੀਂ ਭਰਦੇ ਪਏ ਹੋ ਬਾਲਟੀ, ਲੇਕਿਨ ਹੁਣ ਟ੍ਰਿਕਲ ਬੂੰਦ ਕਰਕੇ ਤੁਸੀਂ ਭਰੋਗੇ ਤਾਂ ਕਿੰਨਾ ਟਾਈਮ ਲੱਗ ਜਾਏਗਾ।
ਇਹ ਟੇਕ ਆਊਟ ਤੇ ਸਿਰਫ ਥੋੜਾ ਬਹੁਤਾ ਹੈਲਪ ਕਰਨ ਵਾਸਤੇ ਹੈਗਾ ਕਿ ਸਾਡੇ ਕੋਲ ਦੋ ਚਾਰ ਕੀ ਸਟਾਫ ਅਗੇਨ ਮੈਂਬਰਸ ਅਗੇਨ ਉਹ ਹੈਲਪ ਕਰਦੇ ਪਏ ਨੇ, ਉਹਨਾਂ ਦੇ ਨਾਲ ਅਸੀਂ ਹੈਲਪ ਕੀਤੀ ਹੈ, ਉਹਨਾਂ ਦੇ ਨਾਲ ਅਸੀਂ ਕੰਮ ਕੀਤਾ। ਬਟ ਟੇਕ ਆਊਟ ਇਜ਼ ਨਾਟ ਦ ਬਿਜ਼ਨਸ ਇਹ ਹੁੰਦਾ ਕਿ ਜਦੋਂ ਫਰਾਈਡੇ ਦਾ ਦਿਨ ਹੈ, ਬਿਜ਼ੀ ਹੋ, ਭਰੇ ਹੋਏ ਹੋ, ਲੋਕੀ ਆ ਰਹੇ ਨੇ ਤੁਹਾਡੇ ਕੋਲ, ਤੁਸੀਂ ਚਾਰ ਬੰਦਿਆਂ ਨਾਲ ਗੱਲਾਂ ਕਰਦੇ ਪਏ ਹੋ, ਤੁਸੀਂ ਲੋਕਾਂ ਦੇ ਨਾਲ ਖੂਬ ਮਿਲਦੇ ਪਏ ਹੋ, ਜੁਲਦੇ ਪਏ ਹੋ, ਉਹ ਬੰਦ ਹੋ ਜਾਣਾ ਇਮੋਸ਼ਨਲੀ ਕਿ 7:30 ਵਜੇ ਫਰਾਈਡੇ ਰਾਤ ਸ਼ਾਮੀ ਤੁਹਾਡੇ ਰੈਸਟੋਰੈਂਟ ਦੇ ਵਿੱਚ ਲਾਈਟਾਂ ਤੁਹਾਡੀਆਂ ਬੰਦ ਨੇ ਜਾਂ ਸੈਟਰਡੇ ਬੰਦ ਹੈਗਾ, ਇਹ ਤੋਂ ਜਿਹੜਾ ਥੀਏਟਰ ਹੁੰਦਾ ਨਾ ਉਹ ਬੰਦ ਹੋ ਗਿਆ ਸਾਡਾ, ਉਹ ਇਮੋਸ਼ਨਲੀ ਬੜਾ ਸਾਨੂੰ ਫੀਲ ਮਹਿਸੂਸ ਹੋ ਰਿਹਾ। ਫਾਈਨੈਂਸ਼ੀਅਲ ਲਾਸਿਸ ਤੇ ਹੈਗੇ ਨੇ, ਉਹ ਤੇ ਉਹਨਾਂ ਨੂੰ ਮਿਟੀਗੇਟ ਕਰ ਹੀ ਨਹੀਂ ਸਕਦੇ ਅਸੀਂ। ਕਿਸ ਤਰ੍ਹਾਂ ਉਹਨਾਂ ਨੂੰ ਅਸੀਂ ਕਰੀਏ ਕਿ ਜਿਹੜੇ 1.5 ਮਹੀਨੇ ਦਾ ਅਸੀਂ ਕੋਈ ਇਨਕਮ ਨਹੀਂ, ਕੋਈ ਤਨਖਾਹ ਨਹੀਂ ਆਈ, ਉਹਨਾਂ ਨੂੰ ਅਸੀਂ ਕਿਸ ਤਰ੍ਹਾਂ ਅੱਗੇ ਲਿਆ ਕੇ ਉਹਨਾਂ ਨੂੰ ਡਿਲੇ ਕਿਸ ਤਰ੍ਹਾਂ ਕਰ ਦਈਏ। I mean, we have to run faster now in order to catch up, So ਉਹ ਇਮੋਸ਼ਨਲੀ ਸਾਡੀ ਰੈਸਟੋਰੈਂਟ ਇੰਡਸਟਰੀ ਦੇ ਵਿੱਚ ਬਹੁਤ ਵੱਡਾ ਟੋਲ ਮਿਲੇਗਾ। ਦੇਖਣਾ ਮਿਨੀਮਮ 30 to 40% ਆਫ ਦ ਬਿਜ਼ਨੈਸਿਸ ਉਹ ਸਰਵਾਈਵ ਹੀ ਨਹੀਂ ਕਰਨਗੇ, ਉਹ ਬਚ ਹੀ ਨਹੀਂ ਪਾएंगे। ਉਹਨਾਂ ਨੇ ਦੁਬਾਰਾ ਖੋਲਣਾ ਹੀ ਨਹੀਂ, ਉਹਨਾਂ ਕਹਿੰਦਾ ਕਿ ਅਸੀਂ ਨਹੀਂ ਲੀਜ਼ ਰਿਨਿਊ ਕਰਨੀ ਕਿਉਂਕਿ ਸਾਡੇ ਕੋਲ ਹਿੰਮਤ ਨਹੀਂ ਹੈਗੀ। ਜੀ ਬਿਲਕੁਲ, ਅਸੀਂ ਦੇਖ ਰਹੇ ਹਾਂ ਡਿਫਿਕਲਟ ਟਾਈਮ ਜਿਹੜਾ ਹੈਗਾ ਸਾਰਿਆਂ ਲਈ ਹੈਗਾ, ਬਟ ਜੋ ਗਵਰਨਮੈਂਟ ਸਪੋਰਟ ਮਿਲ ਰਹੀ ਹੈ, ਭਾਵੇਂ ਉਹ ਵੇਜ ਸਬਸਿਡੀ ਦੀ ਫਾਰਮ ਵਿੱਚ ਹੋਏ ਜਾਂ ਲੋਨ ਦੀ ਫਾਰਮ ਵਿੱਚ ਹੋਏ ਜਾਂ ਹੋਰ ਬੈਨੀਫਿਟਸ ਮਿਲ ਰਹੇ ਨੇ, ਕਿ ਉਹਨਾਂ ਬੈਨੀਫਿਟਸ ਨਾਲ ਤੁਹਾਡੇ ਬਿਜ਼ਨਸ 'ਚ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਇਸ ਡਿਫਿਕਲਟ ਟਾਈਮ ਨੂੰ ਪਾਰ ਕਰ ਪਾਓਗੇ? ਦੇਖੋ, ਐਕਚੁਅਲੀ ਗਵਰਨਮੈਂਟ ਨੂੰ ਕਮੈਂਡ ਕਰਨਾ ਪਏਗਾ ਸਾਨੂੰ ਕਿ ਜਿਹੜੀ ਸਾਡੀ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਤੇ ਬਾਕੀ ਐਵਰੀ ਪ੍ਰੋਵਿੰਸ, ਚਾਹੇ ਬ੍ਰਿਟਿਸ਼ ਕੋਲੰਬੀਆ ਹੋਵੇ, ਚਾਹੇ ਓਨਟਾਰੀਓ ਹੋਵੇ, ਚਾਹੇ ਮੈਨੀਟੋਬਾ ਹੋਵੇ, ਉਹਨਾਂ ਨੇ ਸਾਰਿਆਂ ਨੇ ਮਿਲ ਕੇ ਬਹੁਤ ਹੀ ਵਧੀਆ ਕੰਮ ਕੀਤਾ। ਸਟਿਮੂਲਸ ਪੈਕੇਜਸ ਦਿੱਤੇ ਲੋਕਾਂ ਨੂੰ, ਅੱਗੋਂ ਦੀ ਪੈਸੇ ਜਿਸ ਤਰ੍ਹਾਂ ਉਹਨਾਂ ਨੇ ਵੰਡੇ ਨੇ, ਬਹੁਤ ਹੀ ਵਧੀਆ ਕੰਮ ਕੀਤਾ। ਸੋ ਵੀ ਹੈਵ ਟੂ ਕਮੈਂਡ them। ਇੰਨਾ ਵੱਡਾ ਕੰਮ, ਇੰਨਾ ਮਿਹਨਤ ਕੰਮ ਕਰਨਾ, ਪੋਰਟਲਸ ਖੋਲ ਦੇਣਾ CRA ਵਾਸਤੇ, ਸਾਰਿਆਂ ਦੇ ਵਾਸਤੇ ਇਨਕਮਸ ਦੇਣੀਆਂ, they have done a fantastic job of it। ਹਾਂ, ਵੇਜ ਸਬਸਿਡੀਜ਼ ਜਾਂ CRB ਜਿਹੜਾ ਹੈਗਾ ਜਾਂ ਹੁਣ ਰੀਅਲ ਏਸਟੇਟ ਦਾ ਆਇਆ, this is going to take time। ਅਸੀਂ ਸਿਰਫ ਇਹਨੂੰ ਫਾਈਨੈਂਸ਼ੀਅਲ ਪੈਂਡੈਮਿਕ ਨਹੀਂ ਕਹਿ ਸਕਦੇ ਕਿ ਵੀ ਯਾਰ ਇਹ ਪੈਂਡੈਮਿਕ ਜਿਹੜਾ ਹੈ ਇਹਨਾਂ ਨੇ ਸਾਡੇ ਫਾਈਨੈਂਸਿਸ ਨੂੰ ਖਰਾਬ ਕਰਤਾ, ਇਹਨਾਂ ਨੇ ਸਾਡੀ ਇਮੋਸ਼ਨਸ ਨੂੰ ਖਰਾਬ ਕਰਤਾ। ਸਾਡੇ ਇਮੋਸ਼ਨਸ ਜਿਹੜੇ ਨੇ, ਜਿਹੜੇ ਰੈਸਟੋਰੈਂਟਸ ਦੇ ਵਿੱਚ ਤੁਸੀਂ ਜਾਂਦੇ ਹੋ, ਜਦੋਂ ਰੈਸਟੋਰੈਂਟਸ ਦੇਖਦੇ ਹੋ ਭਰੇ ਹੋਏ ਨੇ, ਉਹ ਜਦੋਂ ਬੰਦ ਹੋ ਜਾਂਦੇ ਨੇ, ਉਹ ਇਮੋਸ਼ਨਲ ਟੋਲਸ ਬਹੁਤ ਜ਼ਿਆਦਾ ਲੈਂਦੀਆਂ ਨੇ ਅੱਗੋਂ। ਸੋ ਗਵਰਨਮੈਂਟ ਨੇ ਬੜਾ ਵਧੀਆ ਕੰਮ ਕੀਤਾ ਹੈ, ਦੇ ਹੈਵ ਕਮ ਟੂ ਦ ਟੇਬਲ, ਹੈਲਪ ਆਊਟ ਐਵਰੀਬਾਡੀ, ਲੇਕਿਨ ਇਮੋਸ਼ਨਲ ਟੋਲ ਨੂੰ ਤੇ ਗਵਰਨਮੈਂਟ ਨਹੀਂ ਨਾ ਦੇ ਸਕਦਾ। ਉਹ ਤੇ ਇੰਡੀਵਿਜੂਅਲੀ ਸਾਨੂੰ ਜਾ ਕੇ ਦੇਖਣਾ ਪਏਗਾ ਕਿ ਸਾਡੇ ਤੇ ਕੀ ਅਸਰ ਪਿਆ, ਸਾਡੇ ਤੇ ਕੀ ਪ੍ਰਭਾਵ ਪਿਆ ਰੈਸਟੋਰੈਂਟ 1.5 ਮਹੀਨਾ ਬੰਦ ਕਰਨ ਦੇ। ਜੀ ਬਿਲਕੁਲ, ਥੈਂਕ ਯੂ ਸੋ ਮਚ ਵਿਕਰਮ ਜੀ ਸਾਡੇ ਨਾਲ ਜੁੜਨ ਦੇ ਲਈ। ਅਸੀਂ ਵੀ ਇਹੀ ਉਮੀਦ ਕਰਦੇ ਹਾਂ ਕਿ ਵਾਪਸ ਸਭ ਕੁਝ ਬਹੁਤ ਜਲਦ ਪਟਰੀ ਤੇ ਆਏਗਾ ਤੇ ਅਸੀਂ ਕੈਨੇਡਾ ਦੇ ਸੁਪਰ ਸ਼ੈਫ ਦਾ ਸੀਜ਼ਨ 2 ਬਹੁਤ ਜਲਦ ਤੁਹਾਡੇ ਨਾਲ ਤੁਹਾਡੇ ਸ਼ਹਿਰ ਵਿੱਚ ਕਰਾਂਗੇ। ਥੈਂਕ ਯੂ ਸੋ ਮਚ ਐਂਡ ਸਟੇ ਸੇਫ। ਥੈਂਕ ਯੂ, ਸਤਿ ਸ਼੍ਰੀ ਅਕਾਲ ਐਵਰੀਬਾਡੀ। ਸੋ ਅੱਜ ਦੇ ਲਈ ਹੈਡਲਾਈਨ ਕੈਨੇਡਾ ਵਿੱਚ ਬਸ ਇੰਨਾ ਹੀ। ਫਿਲਹਾਲ ਸਾਨੂੰ ਦਿਓ ਇਜਾਜ਼ਤ ਤੇ ਦੇਸ਼ ਦੁਨੀਆ ਦੀਆਂ ਖਬਰਾਂ ਲਈ ਤੁਸੀਂ ਬਣੇ ਰਹੋ PTC ਦੇ ਨਾਲ।